13 अप्रैल 1919 विसाखी दे दिहाड़े जेड़ा सफ़ा हिंदुस्तानियों ने अपने सांझे लहू नाल लिखिया, उसका जवाब किसी भी मुल्क की तारीख विच नहीं मिलता। आओ इतिहास के पन्ने परतीए। हुंदियां ने सदा सलामा ऐसे इंसानां नूं, ढौलियां विच जोर जन्ना दे रोकण तूफानां नूं, ढौलियां विच जोर जन्ना दे रोकण तूफानां नूं, ढौलियां विच जोर जन्ना दे। दिल दे कमजोर जो हुंदे आए ही बह जांदे, लंघ जांदे दूर काफले पिछे ओरे जिन्ना दे। लो जी, मिल गई शहीदा बारे खबर। हो कल चैनलों ते अखबारां विच इन्हां बारे बड़ी चर्चा होएगी। हाँ हाँ, सिर्फ चर्चा ही होएगी। वो चर्चा तां होएगी, पर शहीदां नूं प्यार करन वाले इन्हां दा इतिहास कदे नहीं भुल्लणगे। ਨੂੰ ਇਹਨਾਂ ਦੇ ਇਤਿਹਾਸ ਬਾਰੇ ਕੌਣ ਦੱਸੇਗਾ? ਜੇ ਤੁਸੀਂ ਚਾਹੋ ਮੈਂ ਤੁਹਾਡੀ ਮਦਦ ਕਰ ਸਕਦਾ। ਤੁਸੀਂ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਬਾਰੇ ਜਾਣਦੇ ਹੋ? ਜੀ ਹਾਂ, ਮੈਂ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਬਾਰੇ ਜਾਣਦਾ ਹਾਂ। ਦੱਸੋ ਫਿਰ, ਸ਼ਹੀਦ ਊਧਮ ਸਿੰਘ ਕੌਣ ਸਨ? ਕਿਸ ਤਰ੍ਹਾਂ ਸ਼ੁਰੂ ਕੀਤਾ ਇਹਨਾਂ ਯੋਧਿਆਂ ਨੇ ਜਲਿਆਂ ਵਾਲੇ ਬਾਗ ਤੋਂ ਲੈ ਕੇ ਲੰਡਨ ਤੱਕ ਦਾ ਸਫ਼ਰ। ਸ਼ਹੀਦਾਂ ਦੀ ਅਰਥੀ ਤੇ ਰੋਇਆ ਨਹੀਂ ਕਰਦੇ, ਸ਼ਹੀਦ ਕਦੇ ਵੀ ਮੋਇਆ ਨਹੀਂ ਕਰਦੇ। ਮੇਰੇ ਮੂੰਹ ਤੋਂ ਕਫਨ ਲਾ ਦਿਓ ਯਾਰੋ, ਜਵਾਨ ਮਰਦਾਂ ਨੂੰ ਕਦੀ ਲਕੋਇਆ ਨਹੀਂ ਕਰਦੇ, ਜਵਾਨ ਮਰਦਾਂ ਨੂੰ ਕਦੀ ਲਕੋਇਆ ਨਹੀਂ ਕਰਦੇ। ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੀ ਧਰਤੀ ਪਿਤਾ ਸਰਦਾਰ ਟਹਿਲ ਸਿੰਘ ਕੰਬੋਜ, ਜੰਮੂ, ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਸ਼ਹੀਦ ਊਧਮ ਸਿੰਘ ਦੀ ਜੀਵਨ ਬਚਪਨ ਤੋਂ ਹੀ ਦੁੱਖਾਂ ਦੇ ਨਾਲ ਭਰਿਆ ਹੋਇਆ ਸੀ। ਸ਼ਹੀਦ ਊਧਮ ਸਿੰਘ ਦੀ ਮਾਤਾ ਅਜੇ ਬਿਮਾਰੀ ਦੇ ਨਾਲ ਜੂਝ ਰਹੀ ਸੀ ਤਾਂ ਉਸ ਦੀ ਉਮਰ ਸਿਰਫ 3 ਸਾਲ ਸੀ। 3 ਸਾਲ। ਸ਼ਹੀਦ ਊਧਮ ਸਿੰਘ ਦੇ ਪਿਤਾ ਸਰਦਾਰ ਟਹਿਲ ਸਿੰਘ ਜੀ ਵੀ ਅਜੇ ਊਧਮ ਸਿੰਘ ਜੀ ਮਸਾ 8 ਸਾਲ ਦੇ ਹੋਏ ਸਨ ਕਿ ਉਹਨਾਂ ਦੇ ਪਿਤਾ ਵੀ ਅਕਾਲ ਚਲਾਣਾ ਕਰ ਗਏ। ਪਹਿਲਾਂ ਸਿਰ ਤੋਂ ਮਾਤਾ ਦਾ ਸਾਇਆ ਉੱਠ ਗਿਆ, ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਪਿਤਾ ਸਰਦਾਰ ਟਹਿਲ ਸਿੰਘ ਕੰਬੋਜ ਉਹ ਵੀ ਰੱਬ ਨੂੰ ਪਿਆਰੇ ਹੋ ਗਏ। ਸ਼ਹੀਦ ਊਧਮ ਸਿੰਘ ਦੇ ਵਾਸਤੇ ਜਿਵੇਂ ਧਰਤੀ ਫਟ ਗਈ ਹੋਵੇ, ਧਰਤੀ ਨੂੰ ਪਾੜ ਪੈ ਗਿਆ ਹੋਵੇ, ਬੜੀ ਮਾਨਸਿਕ ਪੀੜਾ ਸ਼ਹੀਦ ਊਧਮ ਸਿੰਘ ਦੇ ਮਨ ਤੇ ਚੱਲਦੀ ਪਈ ਸੀ। ਉਹਨਾਂ ਦੇ ਵੱਡੇ ਭਰਾ ਸਰਦਾਰ ਸਾਧੂ ਸਿੰਘ ਅਤੇ ਉਹਨਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਤੇ ਮੁਹੱਬਤ। ਉਹਨਾਂ ਦੇ ਚਾਚਾ ਸਰਦਾਰ ਚੰਚਲ ਸਿੰਘ ਜਿਹੜੇ ਕਿ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਸਨ, ਉਹ ਉਹਨਾਂ ਨੂੰ ਇੱਥੋਂ ਲੈ ਕੇ ਯਤੀਮ ਖਾਨੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਲੈ ਕੇ ਚਲੇ ਗਏ। ਕੇਂਦਰੀ ਯਤੀਮ ਖਾਨੇ ਦੇ ਵਿੱਚ ਦੋਵਾਂ ਭਰਾਵਾਂ ਨੇ ਰਲ ਕੇ ਪੜ੍ਹਾਈ ਸ਼ੁਰੂ ਕੀਤੀ। ਦੋਵੇਂ ਬੜੇ ਹੀ ਹੁਸ਼ਿਆਰ ਸਨ, ਪਰ ਸ਼ਹੀਦ ਊਧਮ ਸਿੰਘ ਕਲਾਸ ਦਾ ਮੋਨੀਟਰ ਬਣ ਕੇ ਕਲਾਸ ਦੀ ਅਗਵਾਈ ਕਰਦਾ ਰਿਹਾ। ਸ਼ਹੀਦ ਊਧਮ ਸਿੰਘ ਨੇ ਆਪਣੀ ਪੜ੍ਹਾਈ ਅਵਲ ਦਰਜੇ ਦੇ ਵਿੱਚ ਪਾਸ ਕੀਤੀ ਆ। ਇੱਥੇ ਇੱਕ ਬੜਾ ਮਾੜਾ ਸਮਾਂ ਆਇਆ। ਸਿਆਣੇ ਕਹਿੰਦੇ ਨੇ ਵੀਰ ਹੁੰਦੇ ਰੱਬ ਵਰਗੇ, ਹੁੰਦਾ ਵੀਰਾਂ ਨੂੰ ਭਰਾਵਾਂ ਦਾ ਸਹਾਰਾ। ਸ਼ਹੀਦ ਊਧਮ ਸਿੰਘ ਦਾ ਰੱਬ ਵਰਗਾ ਭਰਾ ਜਿਹੜਾ ਕਿ ਉਹਦੀ ਮਾਂ ਤੇ ਬਾਪ ਦੀ ਕਮੀ ਪੂਰੀ ਕਰਦਾ ਸੀ, ਉਹਨੂੰ ਪਿਆਰ ਦਿੰਦਾ ਸੀ, ਉਹਦਾ ਭਰਾ ਸਾਧੂ ਸਿੰਘ ਵੀ ਰੱਬ ਨੂੰ ਪਿਆਰਾ ਹੋ ਗਿਆ। ਸ਼ਹੀਦ ਊਧਮ ਸਿੰਘ ਕੱਲਾ ਰਹਿ ਗਿਆ ਯਤੀਮ ਖਾਨੇ ਦੇ ਵਿੱਚ। ਉੱਥੇ ਓਵਰਸੀਅਰ ਸਰਦਾਰ ਧੰਨਾ ਸਿੰਘ ਸਨ ਨੀਲੋ ਨਹਿਰ ਦੇ ਉੱਪਰ। ਉੱਥੇ ਜਦੋਂ ਉਹ ਨੌਕਰੀ ਕਰਦੇ ਸਨ ਸਰਦਾਰ ਟਹਿਲ ਸਿੰਘ, ਤਾਂ ਉਸ ਟਾਈਮ ਸਰਦਾਰ ਸੋਹਣ ਸਿੰਘ ਉਹਨਾਂ ਦਾ ਜਵਾਈ ਸੀ। ਉਹਨੇ ਇਸ ਬੱਚੇ ਨੂੰ ਸੰਭਾਲਿਆ, ਮਾਤਾ ਪਿਤਾ ਵਰਗਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ। ਸ਼ਹੀਦ ਊਧਮ ਸਿੰਘ ਦੀ ਜਲਿਆਂਵਾਲੇ ਬਾਗ ਦੇ ਵਿੱਚ ਪਾਣੀ ਪਿਲਾਉਣ ਦੀ ਜ਼ਿੰਮੇਵਾਰੀ ਲੱਗੀ, ਕਿਉਂਕਿ ਰੋਇਲ ਐਕਟ ਕਾਨੂੰਨ ਬਣਿਆ ਸੀ ਹਿੰਦੁਸਤਾਨ ਦੇ ਵਿੱਚ। ਉਸ ਕਾਨੂੰਨ ਦਾ ਵਿਰੋਧ ਕਰਨ ਦੇ ਵਾਸਤੇ
ਜਲਿਆਂਵਾਲੇ ਬਾਗ ਦੀ ਉਸ ਧਰਤੀ ਤੇ 25,000 ਦਾ ਇਕੱਠ ਕੀਤਾ ਗਿਆ। ਉਸ ਇਕੱਠ ਨੂੰ ਹਿੰਦੁਸਤਾਨ ਦੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਆ ਕੇ ਸੰਬੋਧਨ ਕਰਨਾ ਸੀ ਤਾਂ ਉੱਥੇ ਸ਼ਹੀਦ ਊਧਮ ਸਿੰਘ ਵੀ ਭਾਈ ਕਨ੍ਹਈਆ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਪਾਣੀ ਪਿਲਾਉਣ ਦੀ ਸੇਵਾ ਕਰਦੇ ਰਹੇ। ਜਲਿਆਂਵਾਲਾ ਬਾਗ ਦਾ ਸਾਕਾ ਹੋਇਆ, ਉਸ ਵੇਲੇ ਸ਼ਹੀਦ ਊਧਮ ਸਿੰਘ ਦੀ ਉਮਰ ਕਿੰਨੀ ਸੀ? ਸ਼ਹੀਦ ਊਧਮ ਸਿੰਘ ਦੀ ਉਮਰ ਲਗਭਗ ਉਸ ਟਾਈਮ 20 ਸਾਲ ਦੀ ਉਮਰ ਸੀ। ਉਸ ਟਾਈਮ ਜਨਰਲ ਡਾਇਰ ਉਸਨੇ ਉੱਤੇ ਖੜ ਕੇ ਗੋਲੀਆਂ ਚਲਵਾਈਆਂ, ਪਰ ਪੰਜਾਬ ਦੇ ਗਵਰਨਰ ਜਨਰਲ ਸਰ ਮਾਈਕਲ ਓ ਡਾਇਰ ਨੇ ਇਹ ਹੁਕਮ ਦਿੱਤਾ ਸੀ ਕਿ ਇਹ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਇਹਨਾਂ ਨੂੰ ਮਾਰ ਦਿੱਤਾ ਜਾਏ। ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਜਿਹੜੀ ਇਹ ਆਵਾਜ਼ ਬੁਲੰਦ ਕਰਦੇ ਪਏ ਨੇ, ਇਹਨਾਂ ਦੀ ਆਵਾਜ਼ ਨੂੰ ਕੁਚਲ ਦਿਓ। ਇਹ ਆਰਡਰ ਸਰ ਮਾਈਕਲ ਓ ਡਾਇਰ ਨੇ ਦਿੱਤਾ ਸੀ। ਜਲਿਆਂਵਾਲੇ ਬਾਗ ਦੇ ਉਸ ਛੋਟੇ ਗੇਟ ਦੇ ਵਿੱਚੋਂ ਜਲਿਆਂਵਾਲੇ ਬਾਗ ਦੇ ਵਿੱਚ ਐਂਟਰ ਹੋਏ ਨੇ। ਐਂਟਰ ਹੋ ਕੇ ਆਪਣੀਆਂ ਪੋਜੀਸ਼ਨਾਂ ਲੈ ਲਈਆਂ ਨੇ ਔਰ ਲਗਾਤਾਰ 10 ਤੋਂ 12 ਮਿੰਟ ਗੋਲੀਆਂ ਚਲਾ ਕੇ 1600 ਤੇ 20 ਰਾਉਂਡ ਫਾਇਰਿੰਗ ਹੋਏ। 10,000 ਦੇ ਕਰੀਬ ਜਾਨਾਂ ਚਲੀਆਂ ਗਈਆਂ। ਸ਼ਹੀਦ ਊਧਮ ਸਿੰਘ ਨੇ ਸੱਜੇ ਵੇਖਿਆ, ਖੱਬੇ ਵੇਖਿਆ, ਸਾਹਮਣੇ ਵੇਖਿਆ, ਹਾਹਾਕਾਰ ਮੱਚੀ ਹੋਈ ਸੀ, ਚੀਕ ਚਿਹਾੜਾ ਪਿਆ ਹੋਇਆ ਸੀ, ਧਰਤੀ ਖੂਨ ਦੇ ਨਾਲ ਲੱਥਪੱਥ ਹੋ ਚੁੱਕੀ ਸੀ। ਸ਼ਹੀਦ ਊਧਮ ਸਿੰਘ ਨੇ ਜਦੋਂ ਦੇਖਿਆ ਕਿ ਇੱਕ ਬੱਚਾ ਆਪਣੀ ਮਾਂ ਦੀ ਗੋਦੀ ਦੇ ਵਿੱਚ ਦੁੱਧ ਪੀ ਰਿਹਾ ਤੇ ਨਾਲੇ ਰੋ ਰਿਹਾ ਹੈ, ਸ਼ਹੀਦ ਊਧਮ ਸਿੰਘ ਦੌੜ ਕੇ ਗਿਆ, ਪਾਣੀ ਦਾ ਗਲਾਸ ਉਹਦੇ ਹੱਥ ਵਿੱਚ, ਉਸ ਮਾਂ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਏ। ਜਦੋਂ ਦੇਖਿਆ ਤਾਂ ਉਹ ਮਾਂ ਆਪਣਾ ਦਮ ਤੋੜ ਚੁੱਕੀ ਏ। ਉਸ ਰੋਂਦੇ ਵਿਲਕਦੇ ਕੂਲੇ ਕੂਲੇ ਹੱਥਾਂ ਵਾਲੇ ਬੱਚੇ ਨੂੰ ਵੇਖ ਕੇ ਸ਼ਹੀਦ ਊਧਮ ਸਿੰਘ ਨੇ ਉਸ ਟਾਈਮ ਇੱਕ ਪ੍ਰਣ ਲਿਆ, ਕਸਮ ਖਾਧੀ, ਲਹੂ ਦੇ ਨਾਲ ਭਿੱਜੀ ਹੋਈ ਮਿੱਟੀ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਨੇ ਚੱਕ ਕੇ ਮੱਥੇ ਦੇ ਨਾਲ ਲਾਇਆ। ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਤੇ ਜਾ ਕੇ ਅਰਦਾਸ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮਿਸ਼ਨ ਜਾਰੀ ਰੱਖ ਲਿਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਦਲ ਗਿਆ, ਉਹਨਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਕੁਝ ਹੋਰ ਹੋ ਗਿਆ। ਸਿਰਫ ਤਾਂ ਸਿਰਫ ਉਹ ਸਰ ਮਾਈਕਲ ਓ ਡਾਇਰ ਅਤੇ ਜਨਰਲ ਡਾਇਰ ਦੋਵਾਂ ਨੂੰ ਮਾਰ ਕੇ ਇਹਨਾਂ ਨੇ ਇੱਥੇ ਲੋਕਾਂ ਦੇ ਖੂਨ ਦਾ ਬਦਲਾ ਲੈਣਾ ਚਾਹੁੰਦਾ ਸੀ। ਔਰ ਉਹਨਾਂ ਨੇ 1936 ਦੇ ਵਿੱਚ ਲਾਹੌਰ ਤੋਂ ਇੱਕ ਬਾਹਰ ਜਾਣ ਦੇ ਵਾਸਤੇ ਪਾਸਪੋਰਟ ਅਪਲਾਈ ਕੀਤਾ। ਪਾਸਪੋਰਟ ਦਾ ਨੰਬਰ 16753। ਇਹ ਪਾਸਪੋਰਟ ਉਹਨਾਂ ਨੇ ਬਣਵਾ ਕੇ ਲਗਭਗ 1934, 1936, 1938 ਔਰ 1939 ਦੇ ਵਿੱਚ ਵੱਖ-ਵੱਖ ਮੁਲਕਾਂ ਦਾ ਦੌਰਾ ਕੀਤਾ। ਇੰਗਲੈਂਡ ਗਏ, ਅਮਰੀਕਾ ਗਏ, ਅਫਰੀਕਾ ਗਏ, ਜਰਮਨੀ ਗਏ, ਦੱਖਣੀ ਅਫਰੀਕਾ ਜਾ ਕੇ ਵੀ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਗਦਰੀ ਬਾਬਿਆਂ ਦੇ ਨਾਲ ਮਿਲ ਕੇ ਮੀਟਿੰਗਾਂ ਕੀਤੀਆਂ। ਸਮੇਂ-ਸਮੇਂ ਤੇ ਉਹਨਾਂ ਦੀ ਗੱਲਬਾਤ ਸ਼ਹੀਦ ਊਧਮ ਸਿੰਘ ਨੇ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, BK ਦੱਤ, ਲਾਲਾ ਲਾਜਪਤ ਰਾਏ, ਸਰਦਾਰ ਸੋਹਣ ਸਿੰਘ, ਇਹਨਾਂ ਸਾਰਿਆਂ ਦੇ ਨਾਲ ਚਿੱਠੀਆਂ ਦੇ ਰਾਹੀਂ ਵਾਰਤਾਲਾਪ ਕਰਕੇ ਗਦਰ ਲਹਿਰ ਦੀ ਆਦੇਸ਼ ਲੈ ਕੇ ਆਜ਼ਾਦੀ ਦੇ ਇਸ ਮਿਸ਼ਨ ਨੂੰ ਉਹਨਾਂ ਨੇ ਜਾਰੀ ਰੱਖਿਆ। ਇੱਕ ਵਾਰ ਸ਼ਹੀਦ ਊਧਮ ਸਿੰਘ ਵਾਪਸ ਆਏ। ਜਦੋਂ ਵਾਪਸ ਆਏ ਤਾਂ ਹਥਿਆਰ ਰੱਖਣ ਦੇ ਜੁਰਮ ਦੇ ਵਿੱਚ ਇਹਨਾਂ ਨੂੰ ਸਾਲ ਦੀ ਸਜ਼ਾ ਵੀ ਹੋਈ। ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਫਿਰ ਇੰਗਲੈਂਡ ਜਾ ਕੇ ਆਪਣੇ ਉਸ ਮਿਸ਼ਨ ਨੂੰ ਜਾਰੀ ਰੱਖਿਆ। ਇੱਕ ਦਿਨ ਇੰਡੀਆ ਆਫਿਸ ਦੇ ਵਿੱਚ ਗਏ, ਜਿੱਥੇ ਆਪਣੇ ਪਾਸਪੋਰਟ ਨੂੰ 4 ਮੁਲਕਾਂ ਦੇ ਵਿੱਚ ਜਾਣ ਲਈ ਇਹਨਾਂ ਨੇ ਇੱਕ ਅਰਜ਼ੀ ਦਿੱਤੀ ਹੋਈ ਸੀ ਕਿ ਮੈਨੂੰ ਇਹਨਾਂ ਮੁਲਕਾਂ ਦਾ ਵੀਜ਼ਾ ਦਿੱਤਾ ਜਾਏ। ਜਦੋਂ ਵਾਪਸ ਮੁੜੇ ਨੇ ਤਾਂ ਉੱਥੇ ਨੋਟਿਸ ਬੋਰਡ ਦੇ ਉੱਤੇ ਇੱਕ ਇਸ਼ਤਿਹਾਰ ਲੱਗਿਆ ਹੋਇਆ ਸੀ ਕਿ ਈਸਟ ਇੰਡੀਆ ਕੰਪਨੀ ਅਤੇ ਨਾਲ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਮਿਲ ਕੇ ਇੱਕ ਕੈਕਸਟਨ ਹਾਲ ਦੇ ਵਿੱਚ ਮੀਟਿੰਗ ਕਰਨ ਲੱਗੇ ਨੇ। ਤਾਂ ਸ਼ਹੀਦ ਊਧਮ ਸਿੰਘ ਨੇ ਵੇਖਿਆ ਕਿ ਮੈਨੂੰ ਇਸ ਤੋਂ ਵਧੀਆ ਕੋਈ ਮੌਕਾ ਨਹੀਂ ਮਿਲ ਸਕਦਾ ਔਰ ਵਾਪਸ ਆਏ ਨੇ। ਆਪਣੇ ਰੂਮ ਦੇ ਵਿੱਚ ਉਹਨਾਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਆਪਣੀ ਤਿਆਰੀ ਸ਼ੁਰੂ ਕੀਤੀ। ਉਹਨਾਂ ਨੇ ਇੱਕ ਕਿਤਾਬ ਲਈ, ਕਿਉਂਕਿ ਜਦੋਂ ਯਤੀਮਖਾਨੇ ਦੇ ਵਿੱਚ ਸ਼ਹੀਦ ਊਧਮ ਸਿੰਘ ਪੜ੍ਹਦੇ ਸੀ ਤਾਂ ਉਹਨਾਂ ਨੇ ਕਾਰਪੈਂਟਰ ਯਾਨੀ ਕਿ ਤਰਖਾਣਾ ਦਾ ਕੰਮ ਵੀ ਸਿੱਖਿਆ ਸੀ, ਇਲੈਕਟ੍ਰੀਸ਼ੀਅਨ ਦਾ ਕੰਮ ਵੀ ਉਹਨਾਂ ਨੂੰ ਆਉਂਦਾ ਸੀ। ਤਾਂ ਉਹਨਾਂ ਨੇ ਬੜੀ ਵਿਆਉਤ ਬਣਾ ਕੇ ਸ਼ਹੀਦ ਊਧਮ ਸਿੰਘ ਸੁਨਾਮ ਨੇ, ਇਸ ਯੋਧੇ ਨੇ ਇੱਕ ਬੜੀ ਵੱਡੀ ਯੋਜਨਾ ਤਿਆਰ ਕੀਤੀ। ਕਿਤਾਬ ਨੂੰ ਕੱਟ ਕੇ ਉਹਦੇ ਵਿੱਚ ਰਿਵਾਲਵਰ ਫਿੱਟ ਕੀਤਾ, ਗੋਲੀਆਂ ਭਰੀਆਂ, ਰਿਵਾਲਵਰ ਨੂੰ ਨਮਸਕਾਰ ਕੀਤੀ ਕਿ ਮੈਨੂੰ ਧੋਖਾ ਨਾ ਦੇਈ, ਮੈਂ 10,000 ਲੋਕਾਂ ਦੇ ਇਸ ਕਾਤਲ ਨੂੰ ਮਾਰ ਦੇਣਾ ਹੈ, ਮੈਂ ਇਹਨੂੰ ਛੱਡਣਾ ਨਹੀਂ। ਕਿਉਂਕਿ ਕੈਕਸਟਨ ਹਾਲ ਦੇ ਵਿੱਚ 13 ਮਾਰਚ ਵਾਲੇ ਦਿਨ ਉਸ ਮੀਟਿੰਗ ਦੀ ਸਰ ਲੂਈ ਬੇਨ ਜਿਹੜੀ ਉਹ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸੀ। ਹਾਲ ਦੇ ਵਿੱਚ ਰਿਵਾਲਵਰ ਕਿਵੇਂ ਲੈ ਕੇ ਗਏ ਸੀ? ਸ਼ਹੀਦ ਊਧਮ ਸਿੰਘ ਨੇ
ਗੋਰਿਆਂ ਵਰਗਾ ਲਿਬਾਸ ਬਣਾ ਕੇ ਹੈਟ ਲੈ ਕੇ ਆਪਣਾ ਡਰੈਸ ਉਹਦਾ ਦੀ ਪਾ ਕੇ ਸ਼ਹੀਦ ਊਧਮ ਸਿੰਘ ਨੇ ਆਪਣੇ ਹੱਥ ਦੇ ਵਿੱਚ ਇੱਕ ਕਿਤਾਬ ਲਈ ਜਿਸ ਦੇ ਵਿੱਚ ਰਿਵਾਲਵਰ ਫਿੱਟ ਸੀ। ਗੋਲੀਆਂ ਉਹਨਾਂ ਨੇ ਅਲੱਗ ਪੌਕਾ ਬਣਾ ਕੇ ਉਹਦੇ ਵਿੱਚ ਸੱਜੇ ਔਰ ਖੱਬੇ ਰੱਖੀਆਂ ਹੋਈਆਂ ਸੀ। ਉਹਨਾਂ ਨੇ ਜਾ ਕੇ ਅੰਦਰ ਐਂਟਰੀ ਪਾਈ। ਉੱਥੇ ਲਗਭਗ 150 ਬੰਦਾ ਕੈਕਸਟਨ ਹਾਲ ਦੇ ਵਿੱਚ ਮੌਜੂਦ ਸੀ। 130 ਕੁਰਸੀਆਂ ਲੱਗੀਆਂ ਹੋਈਆਂ ਸੀ, ਜਿਹਦੇ ਵਿੱਚ ਕੁਝ ਕੁਰਸੀਆਂ ਸੱਜੇ ਪਾਸੇ ਤੇ ਕੁਝ ਕੁਰਸੀਆਂ ਖੱਬੇ ਪਾਸੇ ਲੱਗੀਆਂ ਹੋਈਆਂ ਸੀ। ਸਰ ਲੂਈ ਬੇਨ, ਉਹਨਾਂ ਦੇ ਵਿਚਕਾਰ ਸਰ ਮਾਈਕਲ ਅਡਵਾਇਰ, ਉਹਨਾਂ ਦੇ ਨਾਲ ਦੂਸਰਾ ਲੈਮਿੰਗਟਨ ਔਰ ਹੋਰ ਵੀ ਬਹੁਤ ਸਾਰੇ ਸਾਥੀ ਉਹਨਾਂ ਦੇ ਨਾਲ ਕੁਰਸੀਆਂ ਤੇ ਬੈਠੇ ਹੋਏ ਸੀ। ਜੈਟਲੈਂਡ ਵੀ ਉਹਨਾਂ ਦੇ ਖੱਬੇ ਪਾਸੇ 2 ਕੁਰਸੀਆਂ ਛੱਡ ਕੇ ਬੈਠਾ ਹੋਇਆ ਸੀ। ਤਾਂ ਸ਼ਹੀਦ ਊਧਮ ਸਿੰਘ ਨੇ ਉਹਨਾਂ ਦੀਆਂ ਤਕਰੀਰਾਂ ਸੁਣਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਆਜ਼ਾਦੀ ਨੂੰ ਰੋਕਣ ਦੇ ਵਾਸਤੇ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰ ਦਿੱਤੇ। ਵਿਚਾਰਾਂ ਸੁਣਦਿਆਂ ਆਖਰ ਦੇ ਵਿੱਚ ਜਦੋਂ ਮੀਟਿੰਗ ਦੀ ਸਮਾਪਤੀ ਹੋਣ ਤੋਂ ਕੁਝ ਮਿੰਟ ਪਹਿਲਾਂ ਵਾਰੀ ਸਰ ਮਾਈਕਲ ਓਡਾਇਰ ਦੀ ਆਈ ਔਰ ਉਹਨੇ ਗੱਲ ਉੱਥੇ ਜਦੋਂ ਕਹੀ ਕਿ ਮੈਂ ਹਿੰਦੁਸਤਾਨ ਦੇ ਵਿੱਚ ਜਲਿਆਂਵਾਲੇ ਬਾਗ ਦੀ ਧਰਤੀ ਤੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ 10,000 ਲੋਕਾਂ ਨੂੰ ਮਾਰਿਆ ਤੇ ਮੈਂ ਢਿੱਡਾ ਭਾਰ ਤੋਰਿਆ, ਤਾਂ ਸ਼ਹੀਦ ਊਧਮ ਸਿੰਘ ਦਾ ਖੂਨ ਖਵਲਿਆ। ਉਸ ਯੋਧੇ ਨੇ ਕਿਤਾਬ ਦੇ ਵਿੱਚੋਂ ਰਿਵਾਲਵਰ ਕੱਢਿਆ ਔਰ ਮਾਈਕਲ ਅਡਵਾਇਰ ਦੇ ਅੱਗੇ ਕਦਮ ਵਧਾਏ ਨੇ ਔਰ ਤਾਰ ਕਰਕੇ ਛਾਤੀ ਦੇ ਵਿੱਚ ਗੋਲੀ ਮਾਰੀ। ਗੋਰਾ ਮੁੱਦੇ ਮੂੰਹ ਡਿੱਗਿਆ। ਜੈਟਲੈਂਡ ਦੇ ਸੱਜੇ ਹੱਥ ਤੇ ਗੋਲੀ ਲੱਗੀ ਔਰ ਸਰ ਲੂਈ ਬੇਨ ਦੇ ਬਾਹ ਤੇ ਗੋਲੀ ਲੱਗੀ ਔਰ ਇੱਕ ਹੋਰ ਗੋਰਾ ਜਿਹਦੇ ਬਾਹ ਦੇ ਉੱਤੇ ਗੋਲੀ ਘੱਟ ਤਾਂ ਲੱਗੀ ਪਰ ਉਹ ਡਰ ਦੇ ਨਾਲ ਡਿੱਗਿਆ ਤੇ ਉਹਦੀ ਬਾਹ ਟੁੱਟ ਗਈ। ਗੋਰੇ ਮੇਜ਼ਾਂ ਥੱਲੇ ਵੜ ਗਏ, ਚੀਕ ਚਿਕਾਰਾ ਪੈ ਗਿਆ। ਤਾਂ ਸ਼ਹੀਦ ਊਧਮ ਸਿੰਘ ਨੇ ਕਿਹਾ, ਮੈਂ ਹਿੰਦੁਸਤਾਨੀ ਆ, ਮੇਰਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਹੈ, ਮੈਂ ਹਿੰਦੁਸਤਾਨ ਤੋਂ ਆਇਆ ਹਾਂ, ਮੈਂ ਜਲਿਆਂਵਾਲੇ ਬਾਗ ਦਾ ਬਦਲਾ ਲੈ ਲਿਆ। ਗੋਰੀ ਸਰਕਾਰ ਮੁਰਦਾਬਾਦ, ਇਨਕਲਾਬ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਕੇ ਉਹਨੇ ਕਿਹਾ, ਤੁਸੀਂ ਡਰੋ ਨਾ, ਮੈਂ ਆਪਣਾ ਸੰਕਲਪ ਪੂਰਾ ਕਰ ਲਿਆ। ਮੈਂ ਅੱਜ ਤੋਂ 21 ਸਾਲ ਪਹਿਲਾਂ ਇਹ ਸੰਕਲਪ ਲਿਆ ਸੀ ਕਿ ਮੈਂ ਜਲਿਆਂਵਾਲੇ ਬਾਗ ਦੀ ਉਸ ਪਵਿੱਤਰ ਧਰਤੀ ਤੇ ਗਈਆਂ ਜਾਨਾਂ ਦਾ ਬਦਲਾ ਲਾਂਗਾ। ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਉਸ ਮੰਗ ਨੂੰ, ਮੇਰੇ ਉਸ ਸੰਕਲਪ ਨੂੰ ਪੂਰਾ ਕੀਤਾ। ਮੈਂ ਡਰਦਾ ਨਹੀਂ। ਆਓ ਮੇਰਾ ਰਿਵਾਲਵਰ ਮੇਰੇ ਹੱਥ ਵਿੱਚੋਂ ਫੜ ਲਓ। ਗੋਰੇ ਕੰਬਦੇ ਪਏ ਸੀ, ਬਹੁਤੇ ਮੇਜ਼ਾਂ ਦੇ ਥੱਲੇ ਵੜੇ ਪਏ ਸੀ, ਕੁਝ ਕੰਧਾਂ ਦੇ ਵਿੱਚ ਵੱਜੇ। ਸ਼ਹੀਦ ਊਧਮ ਸਿੰਘ ਨੇ ਕਿਹਾ, ਮੇਰਾ ਮਕਸਦ ਪੂਰਾ ਹੋ ਗਿਆ, ਮੈਂ ਹਿੰਦੁਸਤਾਨੀ ਆ, ਆਓ ਮੈਨੂੰ ਫੜ ਲਓ। ਤਾਂ ਫਿਰ ਕੁਝ ਗੋਰਿਆਂ ਨੇ ਉੱਥੇ ਰੌਲਾ ਪਾਉਣਾ ਬੰਦ ਕੀਤਾ। ਨਾਲ ਹੀ 150 ਮੀਟਰ ਦੀ ਦੂਰੀ ਤੇ ਕੈਕਸਟਨ ਹਾਲ ਦੇ ਨਾਲ ਇੱਕ ਛੋਟੀ ਚੌਂਕੀ ਸੀ। ਉੱਥੋਂ ਦਾ ਦਰੋਗਾ ਉਸ ਟਾਈਮ ਆਇਆ ਔਰ ਉਹਨੇ ਸ਼ਹੀਦ ਊਧਮ ਸਿੰਘ ਤੋਂ ਉਹ ਰਿਵਾਲਵਰ ਲਿਆ। ਫਿਰ ਉਹਦੀਆਂ ਜੇਬਾਂ ਦੇ ਵਿੱਚੋਂ ਗੋਲੀਆਂ ਕੱਢੀਆਂ। ਏਦਾਂ ਦਾ ਸਾਰਾ ਉਹ ਸੀਨ ਜਿਹੜਾ ਸ਼ਹੀਦ ਊਧਮ ਸਿੰਘ ਨੇ ਹਿੰਦੁਸਤਾਨ ਦਾ ਬਦਲਾ ਲੈ ਕੇ ਆਪਣੇ ਆਪ ਨੂੰ ਕੁਰਬਾਨੀ ਦੇ ਕੇ ਦੇਸ਼ ਦੇ ਲਈ ਆਜ਼ਾਦੀ ਦੇ ਵਾਸਤੇ। ਔਰ ਇੱਕ ਗੱਲ ਉਹਨਾਂ ਨੇ ਸਾਫ਼ ਕਹੀ ਉੱਥੇ ਕਿ ਅੱਜ ਤੋਂ ਬਾਅਦ ਕੋਈ ਵੀ ਗੋਰਾ ਸੁਰੱਖਿਅਤ ਨਹੀਂ। ਹਿੰਦੁਸਤਾਨੀ ਕਿਤੇ ਵੀ ਉਹਨਾਂ ਦੇ ਸੱਜੇ ਖੱਬੇ ਘੁੰਮਦਾ ਫਿਰਦਾ ਤੁਹਾਨੂੰ ਮਿਲ ਸਕਦਾ ਹੈ। ਮੇਰਾ ਦੇਸ਼ ਛੱਡ ਦਿਓ, ਮੇਰੇ ਦੇਸ਼ ਨੂੰ ਆਜ਼ਾਦ ਕਰ ਦਿਓ, ਮੇਰੀ ਕੁਰਬਾਨੀ ਅਜਾਈ ਨਹੀਂ ਜਾਏਗੀ। ਮੇਰਾ ਦੇਸ਼ ਹਿੰਦੁਸਤਾਨ ਆਜ਼ਾਦ ਕਰ ਦਿਓ ਔਰ ਮੇਰੀ ਕੁਰਬਾਨੀ ਮੇਰੇ ਦੇਸ਼ ਨੂੰ ਆਜ਼ਾਦ ਕਰਵਾਏਗੀ। ਇਹ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਕਹੀਆਂ। ਸਰ ਉਹਨਾਂ ਨੂੰ ਫਾਂਸੀ ਕਦੋਂ ਹੋਈ? ਸ਼ਹੀਦ ਊਧਮ ਸਿੰਘ ਤੇ ਅਦਾਲਤ ਦੇ ਵਿੱਚ ਕੇਸ ਚੱਲਿਆ। ਵੱਖ-ਵੱਖ ਗਵਾਹਾਂ ਨੇ ਬਿਆਨ ਦਿੱਤੇ, ਉਹਨਾਂ ਦਾ ਜੁਰਮ ਸਾਬਤ ਕੀਤਾ ਗਿਆ। ਸ਼ਹੀਦ ਊਧਮ ਸਿੰਘ ਨੇ ਉਸ ਟਾਈਮ ਵੀ ਅਦਾਲਤ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਮੈਂ ਹਿੰਦੁਸਤਾਨੀ ਆ, ਮੇਰਾ ਨਾਂ ਨਾ ਬਦਲਿਆ ਜੇ, ਮੇਰਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਹੈ, ਮੇਰੀ ਆਇਡੈਂਟੀ ਉਹ ਰਹਿਣੀ ਚਾਹੀਦੀ ਹੈ। ਮੇਰਾ ਰਜਿਸਟ੍ਰੇਸ਼ਨ ਨੰਬਰ ਜੋ ਇੰਗਲੈਂਡ ਦੇ ਵਿੱਚ 20 ਪੂਰਾ ਖੱਖਾ / 305/7 ਰਾਮ ਮੁਹੰਮਦ ਸਿੰਘ ਆਜ਼ਾਦ, ਮੇਰਾ ਇਹ ਜਿਹੜਾ ਚਿੰਨ੍ਹ ਹੈ, ਮੇਰੀ ਆਇਡੈਂਟੀ ਹੈ, ਇਹ ਮੇਰੀ ਇਸੇ ਤਰ੍ਹਾਂ ਰਹਿਣੀ ਚਾਹੀਦੀ ਹੈ। ਕਿਉਂਕਿ ਮੇਰੇ ਦੇਸ਼ ਨੂੰ ਪਤਾ ਲੱਗੇਗਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਔਰ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਲੈ ਕੇ ਆਏ ਔਰ ਉਸ ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ।